Friends, I am Rakesh, Assistant Professor in Modern College of Education, Veer Kala. ਅੱਜ ਆਪਾਂ B.Ed semester 4th subject reading and reflecting on text the question meaning and importance of textbooks. Meaning and importance of textbooks ਇਹ ਕਰਨ ਜਾ ਰਹੇ ਹਾਂ। ਭਾਵ ਟੈਕਸਟਬੁੱਕ ਤੋਂ ਕੀ ਭਾਵ ਹੈ, ਟੈਕਸਟਬੁੱਕਸ ਦੀ ਲੋੜ ਅਤੇ ਮਹੱਤਤਾ ਕੀ ਹੈ। ਸੋ ਸਭ ਤੋਂ ਪਹਿਲਾਂ ਆਉਂਦਾ ਹੈ ਵਾਟ ਡੂ ਮੀਨ ਬਾਈ ਟੈਕਸਟਬੁੱਕਸ। ਅੰਗਰੇਜ਼ੀ ਭਾਸ਼ਾ ਦਾ ਬੁੱਕ ਸ਼ਬਦ ਜਰਮਨ ਭਾਸ਼ਾ ਦੇ ਬੀਕ ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਰੁੱਖ। ਭਾਵ ਰੁੱਖ ਦੀ ਛਿੱਲ ਜਾਂ ਤਖਤੀ ਉੱਤੇ ਲਿਖਣ ਨਾਲ ਹੈ। ਪ੍ਰਾਚੀਨ ਸਮੇਂ ਦੇ ਵਿੱਚ ਇਸ ਨੂੰ ਗ੍ਰੰਥ ਸ਼ਬਦ ਨਾਲ ਜਾਣਿਆ ਜਾਂਦਾ ਸੀ। ਸੋ ਪਾਠ ਪੁਸਤਕ ਇੱਕ ਅਜਿਹੀ ਪੁਸਤਕ ਹੁੰਦੀ ਹੈ ਜਿਸ ਵਿੱਚ ਇੱਕ ਵਿਸ਼ੇਸ਼ ਵਿਸ਼ੇ ਬਾਰੇ ਤੱਥ ਸ਼ਾਮਲ ਹੁੰਦੇ ਹਨ। ਦੁਬਾਰਾ ਫਿਰ, ਪਾਠ ਪੁਸਤਕ ਇੱਕ ਅਜਿਹੀ ਪੁਸਤਕ ਹੁੰਦੀ ਹੈ ਜਿਸ ਵਿੱਚ ਇੱਕ ਵਿਸ਼ੇਸ਼ ਵਿਸ਼ੇ, ਜੋ ਸਾਨੂੰ ਵਿਸ਼ਾ ਪੜ੍ਹਾਉਣਾ ਹੈ, ਜੋ ਦਿੱਤਾ ਗਿਆ ਹੈ, ਉਸ ਦੇ ਤੱਥ ਸ਼ਾਮਲ ਹੁੰਦੇ ਹਨ। ਇਹ ਇੱਕ ਅਧਿਆਪਨ ਸਾਧਨ ਹੈ, ਟੀਚਿੰਗ ਮਟੀਰੀਅਲ। ਇਹ ਇੱਕ ਅਧਿਆਪਨ ਸਾਧਨ ਹੈ ਜੋ ਕਿ ਪਾਠਕ੍ਰਮ ਵੱਲੋਂ, ਕਰਿਕੂਲਮ ਵੱਲੋਂ ਪਰਿਭਾਸ਼ਿਤ ਵਿਸ਼ੇ ਵਸਤੂ ਨੂੰ ਪੇਸ਼ ਕਰਦਾ ਹੈ ਅਤੇ ਇਹਨਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਬਣਤਰ ਅਤੇ ਮਨੋਵਿਗਿਆਨਿਕ ਲੋੜ ਅਨੁਸਾਰ ਲੌਜੀਕਲੀ ਆਰਗੇਨਾਈਜ਼ ਕੀਤਾ ਜਾਂਦਾ ਹੈ। ਦੁਬਾਰਾ ਫਿਰ ਇੱਕ ਵਾਰੀ, ਪਾਠ ਪੁਸਤਕਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਬਣਤਰ, ਉਹਨਾਂ ਦਾ ਲੈਵਲ ਦੇਖ ਕੇ ਅਤੇ ਮਨੋਵਿਗਿਆਨਿਕ ਲੋੜਾਂ, ਸਾਈਕੋਲੋਜੀਕਲ ਨੀਡਸ ਨੂੰ ਦੇਖ ਕੇ ਲੌਜੀਕਲੀ ਆਰਗੇਨਾਈਜ਼ਡ, ਭਾਵ ਤਰਕ ਸੰਗਤ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਸੋ ਵਿਕੀਪੀਡੀਆ ਦੇ ਅਨੁਸਾਰ a textbook is a manual of instructions or a standard book in any branch of study. They are produced according to the demand of the educational institutions. ਕੀ ਮਤਲਬ ਹੋਇਆ? ਵਿਕੀਪੀਡੀਆ ਦੇ ਅਨੁਸਾਰ ਟੈਕਸਟ ਬੁੱਕ ਦੀ ਅਗਰ ਆਪਾਂ ਡੈਫੀਨੇਸ਼ਨ ਲਿਖੀਏ ਤਾਂ ਕੀ ਹੋਏਗੀ? ਅ ਟੈਕਸਟ ਬੁੱਕ ਇਜ਼ ਏ ਮੈਨੂਅਲ ਆਫ ਇੰਸਟਰਕਸ਼ਨ। ਜੋ ਇੱਕ ਟੈਕਸਟ ਬੁੱਕ ਹੈ ਉਹ ਹੱਥ ਦੁਆਰਾ ਲਿਖਤ ਕੁਝ ਦਿਸ਼ਾ ਨਿਰਦੇਸ਼ ਹੁੰਦੇ ਹਨ। ਮੈਨੂਅਲ ਆਫ ਟੈਕਸਟ ਬੁੱਕਸ ਔਰ ਅ ਸਟੈਂਡਰਡ ਬੁੱਕ ਇੱਕ ਖਾਸ ਤਰ੍ਹਾਂ ਦੀ ਬੁੱਕ ਹੁੰਦੀ ਹੈ। ਇਨ ਐਨੀ ਬ੍ਰਾਂਚ ਆਫ ਸਟੱਡੀ, ਕਿਸੇ ਵੀ ਸਟੱਡੀ ਦੇ ਵਿੱਚ। ਦੇ ਆਰ ਪ੍ਰੋਡਿਊਸਡ ਅਕੋਰਡਿੰਗ ਟੂ ਦੀ ਡਿਮਾਂਡ ਆਫ ਐਜੂਕੇਸ਼ਨਲ ਇੰਸਟੀਟਿਊਸ਼ਨ, ਅਤੇ ਉਹਨਾਂ ਨੂੰ ਵਿਦਿਅਕ ਅਦਾਰਿਆਂ ਦੀ ਲੋੜ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਦੁਬਾਰਾ ਫਿਰ ਇੱਕ ਵਾਰੀ, ਇੱਕ ਵਿਸ਼ੇਸ਼ ਵਿਸ਼ੇ ਦੇ ਬਾਰੇ ਲਿਖਣ ਦੇ ਲਈ ਇੱਕ ਵਿਸ਼ੇਸ਼ ਮਾਹਰਾਂ ਦੀ ਟੀਮ ਪਾਠ ਪੁਸਤਕ ਨੂੰ ਤਿਆਰ ਕਰਦੀ ਹੈ। ਸੋ ਨੈਕਸਟ ਆ ਜਾਂਦਾ ਆਪਣੇ ਕੋਲ ਇੰਪੋਰਟੈਂਸ ਆਫ ਟੈਕਸਟ ਬੁੱਕਸ। ਇੰਪੋਰਟੈਂਸ ਆਫ ਟੈਕਸਟ ਬੁੱਕ, ਟੈਕਸਟ ਬੁੱਕ ਦੀ ਮਹੱਤਤਾ। ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਹੈ ਪ੍ਰੋਵਾਈਡ ਸਿਲੇਬਸ। ਟੈਕਸਟ ਬੁੱਕ ਸਾਨੂੰ ਸਿਲੇਬਸ ਪ੍ਰੋਵਾਈਡ ਕਰਵਾਉਂਦੀਆਂ ਹਨ। ਜੋ ਕਰਿਕੂਲਮ ਦੇ ਵਿੱਚ ਸਿਲੇਬਸ ਨਿਸ਼ਚਿਤ ਹੈ, ਉਹ ਸਾਰੀ ਜਾਣਕਾਰੀ ਸਾਨੂੰ ਟੈਕਸਟ ਬੁੱਕ ਦੇ ਮਾਧਿਅਮ ਰਾਹੀਂ ਹੀ ਮਿਲਦੀ ਹੈ। ਨੰਬਰ 2 ਤੇ ਆ ਜਾਂਦਾ ਹੈ ਪ੍ਰੋਵਾਈਡ ਸਿਕਿਉਰਿਟੀ। ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾਉਂਦੀਆਂ ਹਨ, ਕਿਉਂਕਿ ਇਸ ਦੇ ਵਿੱਚ ਜੋ ਕੋਰਸ ਸਟੂਡੈਂਟਸ ਨੇ ਕਰਨਾ ਹੈ ਉਸ ਦਾ ਸਾਰਾ ਰੋਡ ਮੈਪ ਤਿਆਰ ਹੁੰਦਾ ਹੈ, ਔਰ ਉਸ ਰੋਡ ਮੈਪ ਦੇ ਰਾਹੀਂ ਵਿਦਿਆਰਥੀ ਨੇ ਕੀ ਪੜ੍ਹਨਾ ਹੈ, ਕਿੰਨਾ ਪੜ੍ਹਨਾ ਹੈ, ਇਹ ਸਾਰੀ ਜਾਣਕਾਰੀ ਸਾਨੂੰ ਟੈਕਸਟ ਬੁੱਕ ਦੇ ਵਿੱਚੋਂ ਹੀ ਮਿਲਦੀ ਹੈ। ਸੋ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਸਿਕਿਉਰਿਟੀ ਪ੍ਰੋਵਾਈਡ ਕਰਵਾਉਂਦੀਆਂ ਹਨ। ਥਰਡ ਪੁਆਇੰਟ ਆ ਜਾਂਦਾ ਹੈ ਹੈਲਪਫੁਲ ਇਨ ਐਵੈਲੂਏਸ਼ਨ। ਮੁਲਾਂਕਣ ਦੇ ਵਿੱਚ ਸਹਾਇਕ, ਹੈਲਪਫੁਲ ਇਨ ਐਵੈਲੂਏਸ਼ਨ। ਇਹ ਤੋਂ ਕੀ ਭਾਵ ਹੋਇਆ ਕਿ ਟੈਕਸਟ ਬੁੱਕ ਦੇ ਰਾਹੀਂ ਵਿਦਿਆਰਥੀ ਆਪਣੇ ਆਪ ਨੂੰ ਅਸੈਸ ਕਰ ਸਕਦਾ ਹੈ। ਕਿਸ ਤਰ੍ਹਾਂ? ਟੈਕਸਟ ਬੁੱਕ ਦੇ ਆਖਿਰ ਵਿੱਚ ਜੋ ਐਕਸਰਸਾਈਜ਼ ਦਿੱਤੀਆਂ ਹੁੰਦੀਆਂ ਹਨ, ਉਸ ਦੇ ਮਾਧਿਅਮ ਦੇ ਰਾਹੀਂ ਜਾਂ ਟੀਚਰ ਦੀ ਹੈਲਪ ਦੇ ਰਾਹੀਂ ਵਿਦਿਆਰਥੀ ਨੂੰ ਮੁਲਾਂਕਣ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਨੇ ਜੋ ਪੜ੍ਹਾਇਆ ਹੈ ਕਿੰਨਾ ਸਿੱਖ ਲਿਆ ਹੈ, ਅਤੇ ਕਿੰਨੇ ਕੁ ਉਸ ਨੂੰ ਹੋਰ ਉਸ ਪਾਰਟੀਕੂਲਰ ਪਾਠ ਨੂੰ ਪੜ੍ਹਾਉਣ ਦੀ ਜ਼ਰੂਰਤ ਹੈ, ਕਿੰਨੀ ਕੁ ਉਸ ਨੂੰ ਹੋਰ ਰਿਵੀਜ਼ਨ ਦੀ ਲੋੜ ਹੈ।
ਨੈਕਸਟ ਆ ਜਾਂਦਾ ਸਪੋਰਟਿੰਗ ਮਟੀਰੀਅਲ। ਪਾਠ ਪੁਸਤਕਾਂ ਸਪੋਰਟਿੰਗ ਮਟੀਰੀਅਲ ਹਨ, ਕਿਉਂਕਿ ਕਈ ਵਾਰ ਪਾਠ ਪੁਸਤਕਾਂ ਦੇ ਵਿੱਚ CD, ਗਾਈਡ, ਵਰਕਸ਼ੀਟਸ ਵਗੈਰਾ ਵੀ ਮਿਲ ਜਾਂਦੀਆਂ ਹਨ, ਜੋ ਕਿ ਜੋ ਸਾਨੂੰ ਲੈਸਨ ਪੜ੍ਹਾਇਆ ਹੈ ਉਸ ਦੇ ਨਾਲ ਉਸ ਨੂੰ ਹੋਰ ਸਪੋਰਟ ਦਿੰਦੀਆਂ ਹਨ ਅਤੇ ਉਸ ਦੇ ਨਾਲ ਵਿਦਿਆਰਥੀ ਨੂੰ ਹੋਰ ਵੱਧ ਜਾਣਕਾਰੀ ਮਿਲ ਸਕਦੀ ਹੈ। ਨੈਕਸਟ ਆ ਜਾਂਦਾ ਪ੍ਰੋਵਾਈਡ ਔਰਗੇਨਾਈਜ਼ਡ ਯੂਨਿਟਸ। ਪ੍ਰੋਵਾਈਡ ਔਰਗੇਨਾਈਜ਼ਡ ਯੂਨਿਟਸ ਤੋਂ ਕੀ ਭਾਵ ਹੈ, ਇੱਕ ਨਿਸ਼ਚਿਤ ਪਾਠਕ੍ਰਮ ਨੂੰ ਇੱਕ ਖਾਸ ਪਲਾਨਿੰਗ ਦੇ ਰਾਹੀਂ ਤਿਆਰ ਕਰਨਾ ਹੀ ਔਰਗੇਨਾਈਜ਼ਡ ਯੂਨਿਟਸ ਕਿਹਾ ਜਾਂਦਾ ਹੈ, ਕਿਉਂਕਿ ਇਸ ਦੇ ਨਾਲ ਵਿਦਿਆਰਥੀ ਆਪਣੀ ਤਿਆਰੀ ਨੂੰ ਹੋਰ ਵਧੀਆ ਢੰਗ ਨਾਲ ਕਰ ਸਕਦੇ ਹਨ। ਨੈਕਸਟ ਆ ਜਾਂਦਾ ਪ੍ਰੋਵਾਈਡ ਰਿਸੋਰਸਿਸ। ਰਿਸੋਰਸਿਸ ਪ੍ਰੋਵਾਈਡ ਕਰਵਾਉਂਦੀਆਂ ਹਨ। ਕਿਸ ਤਰ੍ਹਾਂ? ਟੈਕਸਟ ਬੁੱਕ ਸਾਨੂੰ ਦੱਸਦੀਆਂ ਹਨ ਕਿ ਜੋ ਵਿਦਿਆਰਥੀ ਨੂੰ ਕਰਿਕੂਲਮ ਦਿੱਤਾ ਗਿਆ ਹੈ ਉਸ ਨੂੰ ਪੜ੍ਹਾਉਣ ਦੇ ਲਈ ਉਸ ਦੀਆਂ ਜ਼ਰੂਰਤ ਦੇ ਮੁਤਾਬਕ ਟੈਕਸਟ ਬੁੱਕ ਨੂੰ ਬਣਾਇਆ ਜਾਂਦਾ ਹੈ, ਕਿਉਂਕਿ ਇਸ ਨੂੰ ਟੀਚਿੰਗ ਏਡਸ ਕਿਹਾ ਜਾਂਦਾ ਹੈ। ਬੁੱਕਸ ਨੂੰ ਟੀਚਿੰਗ ਏਡਸ ਕਿਹਾ ਜਾਂਦਾ ਹੈ। ਟੀਚਿੰਗ ਏਡਸ ਤੋਂ ਭਾਵ ਹੈ ਕਿ ਵਿਦਿਆਰਥੀ ਦੇ ਜੋ ਪੜ੍ਹਾਉਣਾ ਹੈ ਜਾਂ ਅਧਿਆਪਨ ਪ੍ਰਕਿਰਿਆ ਹੈ ਉਸ ਦੇ ਵਿੱਚ ਇਹ ਹੈਲਪ ਕਰਦੀਆਂ ਹਨ। ਨੈਕਸਟ ਆ ਜਾਂਦਾ ਪ੍ਰੋਵਾਈਡ ਡਿਫਰੈਂਟ ਐਕਟੀਵਿਟੀਜ਼। ਟੈਕਸਟ ਬੁੱਕ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਨ ਦੇ ਲਈ ਸਹਾਇਕ ਸਿੱਧ ਹੁੰਦੀਆਂ ਹਨ। ਇਸ ਦੇ ਰਾਹੀਂ ਵਿਦਿਆਰਥੀ ਆਪਣੀਆਂ ਅਲੱਗ-ਅਲੱਗ ਐਕਟੀਵਿਟੀਆਂ ਕਰ ਸਕਦਾ ਹੈ, ਕਿਉਂਕਿ ਪਾਠ ਪੁਸਤਕਾਂ ਨੂੰ ਵਿਸ਼ੇ ਦੇ ਮਾਹਰਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਰਾਹੀਂ ਤਿਆਰ ਕਰਕੇ ਪਾਠ ਪੁਸਤਕ ਦੇ ਵਿੱਚ ਵਿਦਿਆਰਥੀਆਂ ਦੀਆਂ ਅਲੱਗ-ਅਲੱਗ ਐਕਟੀਵਿਟੀਆਂ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਨੈਕਸਟ ਆ ਜਾਂਦਾ ਸੋਰਸ ਆਫ ਐਂਟਰਟੇਨਮੈਂਟ, ਮਨੋਰੰਜਨ ਦਾ ਸਾਧਨ। ਪਾਠ ਪੁਸਤਕਾਂ ਕੇਵਲ ਗਿਆਨ ਦਾ ਹੀ ਖਜ਼ਾਨਾ ਨਹੀਂ ਹਨ। ਪਾਠ ਪੁਸਤਕਾਂ ਇਕੱਲਾ ਗਿਆਨ ਹੀ ਪ੍ਰੋਵਾਈਡ ਨਹੀਂ ਕਰਵਾਉਂਦੀਆਂ, ਬਲਕਿ ਇਸ ਦੇ ਰਾਹੀਂ ਜੋ ਇਸ ਦੇ ਵਿੱਚ ਇਕਾਂਗੀਆਂ, ਕਹਾਣੀਆਂ, ਲੇਖ ਵਗੈਰਾ ਹੁੰਦੇ ਹਨ ਉਹ ਵਿਦਿਆਰਥੀ ਦਾ ਮਨੋਰੰਜਨ ਵੀ ਕਰਦੀਆਂ ਹਨ। ਭਾਵ ਇਹਨਾਂ ਨੂੰ ਪੜ੍ਹ ਕੇ ਵਿਦਿਆਰਥੀ ਆਪਣੇ ਆਪ ਨੂੰ ਆਨੰਦਿਤ ਮਹਿਸੂਸ ਕਰ ਸਕਦੇ ਹਨ। ਸੇਵ ਟਾਈਮ ਐਂਡ ਐਨਰਜੀ। ਸੇਵ ਟਾਈਮ ਐਂਡ ਐਨਰਜੀ ਕਈ ਵਾਰ ਕਲਾਸ ਬਹੁਤ ਵੱਡੀ ਹੁੰਦੀ ਹੈ, ਵਿਦਿਆਰਥੀ ਇੱਕ ਟੀਚਰ ਇੱਕ ਕਿਤਾਬ ਦੇ ਰਾਹੀਂ ਬਹੁਤ ਸਾਰੇ ਬੱਚਿਆਂ ਨੂੰ ਇੱਕੋ ਸਮੇਂ ਦੇ ਵਿੱਚ ਪੜ੍ਹਾ ਸਕਦਾ ਹੈ। ਦੁਬਾਰਾ ਫਿਰ ਇੱਕ ਵਾਰੀ, ਬੁੱਕਸ ਦੇ ਮਾਧਿਅਮ ਦੇ ਰਾਹੀਂ ਇੱਕ ਟੀਚਰ ਬਹੁਤ ਸਾਰੇ ਬੱਚਿਆਂ ਨੂੰ ਇੱਕੋ ਟਾਈਮ ਦੇ ਵਿੱਚ ਪੜ੍ਹਾ ਸਕਦਾ ਹੈ। ਇਹਦੇ ਨਾਲ ਟਾਈਮ ਅਤੇ ਐਨਰਜੀ ਦੀ ਬਚਤ ਹੁੰਦੀ ਹੈ। ਨੈਕਸਟ ਆ ਗਿਆ ਬੁੱਕਸ ਗਾਈਡ ਅਸ। ਬੁੱਕਸ ਸਾਨੂੰ ਮਾਰਗਦਰਸ਼ਨ ਪ੍ਰਦਾਨ ਕਰਦੀਆਂ ਹਨ। ਸਾਨੇ ਕਿੰਨਾ ਪੜ੍ਹ ਲਿਆ ਹੈ, ਕਿੰਨਾ ਪੜ੍ਹਨਾ ਹੈ, ਕੀ ਪੜ੍ਹਨਾ ਹੈ, ਇਹ ਸਾਰੀ ਜਾਣਕਾਰੀ ਸਾਨੂੰ ਸਮੇਂ-ਸਮੇਂ 'ਤੇ ਬੁੱਕਸ ਦੇ ਮਾਧਿਅਮ ਰਾਹੀਂ ਹੀ ਮਿਲ ਸਕਦੀ ਹੈ। ਸੋ ਬੁੱਕਸ ਸਾਡੇ ਲਈ ਮਾਰਗਦਰਸ਼ਕ ਹਨ। ਨੈਕਸਟ ਆ ਜਾਂਦਾ ਹੈਲਪਫੁਲ ਇਨ ਐਗਜ਼ਾਮਸ। ਐਗਜ਼ਾਮਸ ਦੇ ਵਿੱਚ ਸਹਾਇਕ, ਪ੍ਰੀਖਿਆ ਪ੍ਰਣਾਲੀ ਦੇ ਵਿੱਚ ਸਹਾਇਕ। ਵਿਦਿਆਰਥੀ ਇਸ ਨੂੰ ਪੜ੍ਹ ਕੇ ਵਾਰ-ਵਾਰ ਯਾਦ ਕਰਕੇ ਪ੍ਰੀਖਿਆ ਦਿੰਦੇ ਹਨ, ਜਿਸ ਦੇ ਨਾਲ ਉਹਨਾਂ ਦੀ ਪ੍ਰੀਖਿਆ ਦੇ ਵਿੱਚ ਹੈਲਪ ਹੁੰਦੀ ਹੈ, ਕਿਉਂਕਿ ਜੋ ਕਰਿਕੂਲਮ ਦੇ ਵਿੱਚ ਵਿਸ਼ਾ ਦਿੱਤਾ ਗਿਆ ਹੈ ਉਹ ਸਾਰਾ ਇੱਕ ਖਾਸ ਟੈਕਸਟ ਬੁੱਕ ਦੇ ਵਿੱਚ ਨਿਸ਼ਚਿਤ ਹੁੰਦਾ ਹੈ ਅਤੇ ਵਿਦਿਆਰਥੀ ਉਸ ਨੂੰ ਵਾਰ-ਵਾਰ ਪੜ੍ਹ ਕੇ ਪ੍ਰੀਖਿਆ ਆਸਾਨੀ ਨਾਲ ਦੇ ਸਕਦੇ ਹਨ। ਸੋ ਇਹ ਸੀ ਆਪਣੇ ਕੋਲ ਅੱਜ ਦਾ ਕੁਐਸਚਨ, ਵਾਟ ਡੂ ਵੀ ਮੀਨ ਬਾਏ ਟੈਕਸਟ ਬੁੱਕਸ ਐਂਡ ਵਾਟ ਆਰ ਇਟਸ ਇੰਪੋਰਟੈਂਸ। ਅੱਜ ਦੇ ਲਈ ਇੰਨਾ ਹੀ। ਧੰਨਵਾਦ। ਥੈਂਕਸ।